Let us study the poem Mother's Day written by Shiv K. Kumar. Shiv K. Kumar was born in Lahore. Shiv K. Kumar ਦਾ ਜਨਮ ਲਾਹੌਰ ਵਿੱਚ ਹੋਇਆ ਸੀ। ਬ੍ਰਿਟਿਸ਼ ਇੰਡੀਆ in 1921 1921 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਸੋ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਰਾਈਟਿੰਗ ਦੇ ਵਿੱਚ ਕਾਫੀ ਕਰੀਅਰ ਬਣਾਇਆ ਔਰ ਇੰਨੀਆਂ ਸਾਰੀਆਂ ਪੋਇਮਸ ਤੇ ਇੰਨੇ ਸਾਰੇ ਵਰਕਸ ਉਹਨਾਂ ਨੇ ਕੀਤੇ। ਇਹ ਜਿਹੜੀ ਪੋਇਮ ਹੈ that is dedicated to mothers, ਮਾਵਾਂ ਦੇ ਨਾਲ ਜੁੜੀ ਹੋਈ ਇਹ ਕਵਿਤਾ ਹੈ। ਮਾਂ ਬਾਰੇ ਹੀ ਉਹ ਲਿਖਦੇ ਹਨ। ਅਸਲ 'ਚ ਇਸ ਕਵਿਤਾ ਦੇ ਵਿੱਚ ਉਹ ਕੰਪੇਅਰ ਕਰਦੇ ਨੇ ਪੱਛਮੀ ਦੇਸ਼ ਕੀ ਕਰਦੇ ਨੇ ਤੇ ਅਸੀਂ ਕੀ ਕਰਦੇ ਹਾਂ। ਪੱਛਮੀ ਦੇਸ਼ ਸਮਝਦੇ ਹੋ ਬੇਟਾ? ਵੈਸਟਰਨ ਕੰਟਰੀਜ਼, ਪੱਛਮੀ ਦੇਸ਼ ਜਿਵੇਂ ਕਿ ਯੂਰਪ ਦੇ ਸਾਰੇ ਹੋ ਗਏ ਇਲਾਕੇ, ਉੱਥੇ ਕਿਵੇਂ ਲੋਕ ਕਰਦੇ ਨੇ ਤੇ ਏਸ਼ੀਆ ਸਾਡੇ ਪੂਰਬੀ ਇਲਾਕੇ 'ਚ ਕਿਵੇਂ ਕਰਦੇ ਨੇ ਆਪਣੀ ਮਾਤਾ ਜੀ ਦਾ ਸਨਮਾਨ, ਉਹਦੇ ਬਾਰੇ ਕਵਿਤਾ ਹੈ। We do it differently in this dark continent. ਸਾਡੇ ਕੰਟੀਨੈਂਟ ਨੂੰ, ਸਾਡੇ ਮਹਾਦੀਪ ਨੂੰ ਤੁਸੀਂ ਹਨੇਰਾ ਮਹਾਦੀਪ ਕਹਿੰਦੇ ਹੋ। ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਕੁਛ ਨਹੀਂ ਹੈਗੀ ਰੋਸ਼ਨੀ, ਪਰ ਸਾਡੇ ਇਸ ਹਨੇਰੇ ਮਹਾਦੀਪ ਦੇ ਵਿੱਚ ਅਸੀਂ ਆਪਣੀ ਮਾਂ ਨੂੰ ਵੱਖਰੇ ਤਰੀਕੇ ਨਾਲ ਪਿਆਰ ਕਰਦੇ ਹਾਂ, ਤੁਹਾਡੇ ਵਾਂਗੂ ਨਹੀਂ ਕਰਦੇ। Not just once a year, ਜਿਵੇਂ ਤੁਸੀਂ ਮਾਂ ਦਾ ਇੱਕ ਸਾਲ 'ਚ ਇੱਕ ਦਿਨ ਮਨਾ ਲੈਂਦੇ ਹੋ, ਇੱਕ ਦਿਨ ਤੁਸੀਂ ਮਾਂ ਦੇ ਇੰਨੇ ਕਸੀਦੇ ਪੜ੍ਹਦੇ ਹੋ, ਇੱਕ ਦਿਨ ਤੁਸੀਂ ਮਾਂ ਨੂੰ ਪਿਆਰ ਕਰਦੇ ਹੋ। Not just once a year, ਅਸੀਂ ਇੱਕ ਦਿਨ 'ਚ ਨਹੀਂ ਆਪਣੀ ਮਾਂ ਨੂੰ ਪਿਆਰ ਕਰਦੇ। A string of spurious verses ensconced in a bouquet, ਤੁਸੀਂ ਸਾਲ 'ਚ ਇੱਕ ਦਿਨ ਫੁੱਲਾਂ ਦਾ ਗੁਲਦਸਤਾ ਲੈ ਕੇ, ਬੁਕੇ ਕੀ ਹੁੰਦਾ? ਫੁੱਲਾਂ ਦਾ ਗੁਲਦਸਤਾ। ਤੁਸੀਂ ਸਾਲ 'ਚ ਇੱਕ ਦਿਨ ਫੁੱਲਾਂ ਦਾ ਗੁਲਦਸਤਾ ਲੈ ਕੇ ਆਪਣੀ ਮਾਂ ਕੋਲ ਪਹੁੰਚ ਜਾਂਦੇ ਹੋ। Shaped like a Chinese house of dreams, ਜਿਵੇਂ ਚੀਨ ਦਾ ਕੋਈ ਖਾਬਾਂ ਖਿਆਲਾਂ ਦਾ ਘਰ ਹੋਵੇ, ਡਿੱਗ ਜੇ ਚੀਨੀ ਦਾ, ਉਸੇ ਤਰੀਕੇ ਨਾਲ ਤੁਹਾਡਾ ਜਿਹੜਾ ਪਿਆਰ ਦਾ ਮਹਿਲ ਹੈ ਉਹ ਇੱਕ ਦਿਨ 'ਚ ਹੀ ਡਿੱਗ ਜਾਂਦਾ ਹੈ। ਤੁਸੀਂ ਬਸ ਇੱਕ ਦਿਨ ਫੁੱਲ ਲੈ ਜਾਂਦੇ ਹੋ, ਇੱਕ ਦਿਨ ਗ੍ਰੀਟਿੰਗ ਕਾਰਡ ਲੈ ਜਾਂਦੇ ਹੋ, ਇੱਕ ਦਿਨ ਆਪਣੀ ਮਾਂ ਨਾਲ ਬਿਤਾ ਕੇ ਉਹਦੇ ਨਾਲ ਖਾਣਾ ਖਾ ਕੇ ਆ ਜਾਂਦੇ ਹੋ। ਸਾਲ ਦੇ ਵਿੱਚ ਮੁੜ ਕੇ ਆਪਣੀ ਮਾਂ ਨੂੰ ਤੁਸੀਂ ਦੇਖਦੇ ਵੀ ਨਹੀਂ, ਪੁੱਛਦੇ ਵੀ ਨਹੀਂ। ਤੁਹਾਨੂੰ ਪਤਾ ਨਾ ਬੇਟੇ, ਵਿਦੇਸ਼ਾਂ ਦੇ ਵਿੱਚ ਬੱਚੇ ਤੇ ਮਾਂ ਬਾਪ ਅੱਡ ਰਹਿੰਦੇ ਆ। ਜਦੋਂ ਹੀ ਬੱਚਾ 18 ਸਾਲ ਦਾ ਹੁੰਦਾ ਹੈ, ਉਸ ਤੋਂ ਬਾਅਦ ਮਾਤਾ ਪਿਤਾ ਤੋਂ ਵੱਖਰਾ ਹੋ ਜਾਂਦਾ ਤੇ ਆਪਣਾ ਜੀਵਨ ਜੀਣ ਲਾ ਜਾਂਦਾ ਹੈ। ਕਦੇ ਕਦੇ ਮਾਂ ਬਾਪ ਨੂੰ ਮਿਲਣ ਜਾਂਦਾ ਹੈ ਔਰ ਮਾਂ ਦਾ ਦਿਨ ਸਾਲ 'ਚ ਇੱਕ ਦਿਨ ਮਨਾਉਂਦੇ ਨੇ ਉਹ। ਹੁਣ ਲੇਖਕ ਕੀ ਕਹਿੰਦਾ? ਮਾਈ ਮਦਰ ਇਜ਼ ਮੋਰ ਡਿਮਾਂਡਿੰਗ, ਮੇਰੀ ਮਾਂ ਇਹ ਜਿਹੀ ਨਹੀਂ ਹੈਗੀ ਤੁਹਾਡੀ ਮਾਂ ਵਾਂਗੂ ਵੀ ਇੱਕ ਦਿਨ 'ਚ ਖੁਸ਼ ਹੋ ਜਾਊਗੀ। ਮੇਰੀ ਮਾਂ ਤਾਂ ਬਹੁਤ ਕੁਛ ਚਾਹੁੰਦੀ ਹੈ, ਉਹ ਤਾਂ ਹਰ ਰੋਜ਼ ਮੇਰਾ ਪਿਆਰ ਚਾਹੁੰਦੀ ਹੈ। ਮਾਈ ਮਦਰ ਇਜ਼ ਮੋਰ ਡਿਮਾਂਡਿੰਗ ਐਨ ਓਬੀਸੈਂਸ ਐਟ ਈਚ ਸਨਰਾਈਜ਼, ਮੇਰੀ ਮਾਂ ਤਾਂ ਕਹਿੰਦੀ ਹੈ, ਓਬੀਸੈਂਸ ਕੀ ਹੁੰਦਾ? ਪੈਰੀਂ ਹੱਥ ਲਾਉਣਾ। ਸਾਨੂੰ ਤਾਂ ਇਹ ਸਿਖਾਇਆ ਜਾਂਦਾ ਹੈ ਕਿ ਮਾਵਾਂ ਨੂੰ ਰੋਜ਼ ਸਵੇਰੇ ਅਸੀਂ ਪੈਰੀਂ ਹੱਥ ਲਾਈਏ, ਮਾਵਾਂ ਦੇ ਨਾਲ ਹੀ ਰਹੀਏ। ਲਾਈਕ ਅ ਡਿਵੋਟੀ ਥਰੋਇੰਗ ਹੈਂਡਫੁੱਲ ਆਫ ਯੈਲੋ ਰਾਈਸ ਟੂ ਦ ਬਰਡਸ, ਜਿਵੇਂ ਕਿ ਕੋਈ ਡਿਵੋਟੀ, ਕੋਈ ਭਗਤ ਪੀਲੇ ਫੁੱਲ, ਪੀਲੇ ਚੌਲ ਚਿੜੀਆਂ ਨੂੰ ਪਾ ਰਿਹਾ ਹੁੰਦਾ ਹੈ, ਬਿਲਕੁਲ ਉਵੇਂ ਹੀ ਜਿਵੇਂ ਲੋਕ ਪੂਜਾ ਭਗਤੀ ਕਰਦੇ ਨੇ, ਦਾਨ ਪੁੰਨ ਕਰਦੇ ਆ, ਉਵੇਂ ਹੀ ਅਸੀਂ ਆਪਣੀ ਮਾਂ ਨੂੰ ਹਰ ਰੋਜ਼ ਸਵੇਰੇ ਮੱਥਾ ਟੇਕਦੇ ਹਾਂ, ਜਿਵੇਂ ਦੇਵੀ ਨੂੰ ਮੱਥਾ ਟੇਕਿਆ ਜਾਂਦਾ ਹੈ। Holding a candelabrum before an idol just once a year is desecrating it. ਜਦੋਂ ਅਸੀਂ ਇੱਕ ਮੂਰਤੀ ਮੂਹਰੇ ਹਰ ਰੋਜ਼ ਕੈਂਡਲ ਨਾ ਬਾਲੀਏ, ਹਰ ਰੋਜ਼ ਦੀਵਾ ਨਾ ਬਾਲੀਏ, ਸਾਲ 'ਚ ਸਿਰਫ ਇੱਕ ਦਿਨ ਉਸ ਮੂਰਤੀ ਮੂਹਰੇ ਦੀਵਾ ਬਾਲੀਏ, ਇਹ ਉਸ ਮੂਰਤੀ ਦਾ ਸਨਮਾਨ ਨਹੀਂ ਬਲਕਿ ਅਪਮਾਨ ਹੈ। Whenever I see a caterpillar slouching towards a pansy's eye, or heart ancestral, or hear ancestral voices in a wind's howl, I invoke my deity sometimes twice a day. ਜਦੋਂ ਮੈਂ ਕਿਸੇ ਕੀੜੇ ਮਕੌੜੇ ਨੂੰ ਕਿਸੇ ਫੁੱਲ ਵੱਲ ਵੱਧਦੇ ਹੋਏ ਦੇਖਦਾ, ਜਾਂ ਫਿਰ ਹਵਾ ਦੀਆਂ ਖੂੰਖਾਰ ਆਵਾਜ਼ਾਂ ਮੈਨੂੰ ਡਰਾਉਂਦੀਆਂ ਨੇ, ਕਈ ਵਾਰ ਮੈਂ ਆਪਣੀ ਡੇਟੀ ਨੂੰ, ਆਪਣੀ ਇਸ ਦੇਵੀ ਨੂੰ ਯਾਨੀ ਕਿ ਮਾਂ ਨੂੰ ਦਿਨ 'ਚ 2 ਵਾਰ ਵੀ ਯਾਦ ਕਰ ਲੈਂਦਾ ਹਾਂ। ਯਾਨੀ ਕਿ ਹਰ ਰੋਜ਼ ਦੀ ਹਰ ਰੋਜ਼ ਤਾਂ ਮੈਂ ਆਪਣੀ ਮਾਂ ਨੂੰ ਮੱਥਾ ਟੇਕਦਾ ਹੀ ਹਾਂ ਰੋਜ਼ ਸਵੇਰੇ। ਕਈ ਵਾਰੀ ਮੈਂ ਜਦੋਂ ਕੋਈ ਦੁੱਖ ਤਕਲੀਫ ਹੁੰਦਾ, ਕੋਈ ਮੁਸੀਬਤ ਹੁੰਦੀ ਹੈ, ਉਹ ਤੋਂ ਘਬਰਾ ਕੇ ਵੀ ਆਪਣੀ ਮਾਂ ਕੋਲ ਭੱਜਿਆ ਚਲਾ ਜਾਂਦਾ ਹਾਂ। ਸੋ ਅਸੀਂ ਆਪਣੀ ਮਾਂ ਨੂੰ ਸਾਲ ਬਾਅਦ ਨਹੀਂ ਮਿਲਦੇ, ਅਸੀਂ ਤਾਂ ਆਪਣੀ ਮਾਂ ਦੇ ਨਾਲ ਹੀ ਰਹਿੰਦੇ ਹਾਂ, ਰੋਜ਼ ਉਸਨੂੰ ਪਿਆਰ ਕਰਦੇ ਹਾਂ, ਬਲਕਿ ਕਈ ਵਾਰੀ ਤਾਂ ਦਿਨ 'ਚ 2 ਵਾਰ ਵੀ ਆਪਣੀ ਮਾਂ ਨੂੰ ਮੱਥਾ ਟੇਕਦੇ ਹਾਂ। ਸਮਝ ਆ ਗਿਆ ਬੇਟੇ? ਸਮਝ ਆ ਗਈ ਬੇਟੇ ਪੋਇਮ? ਹੁਣ ਦੇਖੋ ਅਬਾਊਟ ਦ ਪੋਇਮ। The poem is dedicating one day against dedicating one day in the whole year to one's mother. ਸੋ ਇਹ ਕਵਿਤਾ ਕਿਉਂ ਲਿਖੀ ਲੇਖਕ ਨੇ? ਉਸਨੇ ਇਸ ਇੱਕ ਰੁਝਾਨ ਦੇ ਖਿਲਾਫ ਇਹ ਕਵਿਤਾ ਲਿਖੀ ਹੈ ਕਿ ਆਪਣੀ ਮਾਂ ਨੂੰ ਸਾਲ 'ਚ ਸਿਰਫ ਇੱਕ ਦਿਨ ਮਿਲੋ। He believes that there can be no such day in India,
ਉਹਨਾਂ ਨੇ ਕਿਹਾ ਕਿ ਭਾਰਤ 'ਚ ਐਸਾ ਨਹੀਂ ਹੋਣਾ ਚਾਹੀਦਾ ਬਿਕੋਜ਼ ਦ ਮਦਰ ਇਜ਼ ਅ ਬਲੈਸਿੰਗ ਫॉर ਲਾਈਫ। ਭਾਰਤ 'ਚ ਅਸੀਂ ਆਪਣੀ ਮਾਂ ਨੂੰ ਇੱਕ ਦਿਨ ਨਹੀਂ ਮਿਲਦੇ, ਰੋਜ਼ ਹੀ ਉਹਦੇ ਨਾਲ ਰਹਿੰਦੇ ਹਾਂ। ਉਹ ਸਾਡੀ ਜ਼ਿੰਦਗੀ ਦੀ ਇੱਕ ਬਖਸ਼ਿਸ਼ ਹੁੰਦੀ ਹੈ। ਡੈਡੀਕੇਟਿੰਗ ਓਨਲੀ ਵਨ ਡੇ ਟੂ ਹਰ ਲੀਵਸ ਅ ਕੁਐਸਚਨ ਮਾਰਕ ਔਨ ਦ ਰੈਸਟ ਆਫ ਦ 364 ਡੇਜ਼। ਤੇ ਸਿਰਫ ਇੱਕ ਦਿਨ ਮਾਂ ਨੂੰ ਮਿਲਣ ਨਾਲ ਬਾਕੀ 364 ਦਿਨਾਂ ਤੇ ਉਹ ਕਹਿੰਦੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਵੀ ਬਾਕੀ ਦਿਨ ਤੁਸੀਂ ਕਿੱਥੇ ਸੀ। ਵੀ ਪੇ ਓਬੀਸੈਂਸ ਟੂ ਅਵਰ ਮਦਰਸ ਟਵਾਈਸ ਅ ਡੇ। ਅਸੀਂ ਤਾਂ ਦਿਨ 'ਚ 2 ਵਾਰ ਵੀ ਆਪਣੀ ਮਾਂ ਨੂੰ ਮੱਥਾ ਟੇਕ ਸਕਦੇ ਹਾਂ। ਈਚ ਡੇ ਆਫ ਈਅਰ ਐਂਡ ਦੈਟ ਇਜ਼ ਹਰ ਰਾਈਟ। ਤੇ ਸਾਲ ਦੇ ਹਰ ਇੱਕ ਦਿਨ ਮਾਂ ਨੂੰ ਇਹ ਪਿਆਰ ਤੇ ਸਨਮਾਨ ਮਿਲਣਾ ਚਾਹੀਦਾ, ਇਹ ਸਾਡੀ ਮਾਂ ਦਾ ਹੱਕ ਹੈ। ਇਹ ਇੱਕ ਤਰ੍ਹਾਂ ਦਾ ਬੇਟੇ ਸੈਂਟਰਲ ਆਈਡੀਆ ਹੀ ਹੋ ਗਿਆ, ਠੀਕ ਹੈ। ਹੁਣ ਵਰਡ ਮੀਨਿੰਗ ਦੇਖੋ, ਕੌਂਟੀਨੈਂਟ। ਕੌਂਟੀਨੈਂਟ ਮੀਨਸ ਮਹਾਦੀਪ, ਜਿਸ ਤਰ੍ਹਾਂ ਯੂਰਪ, ਏਸ਼ੀਆ, ਅਫਰੀਕਾ। ਇੱਥੇ ਉਹਨਾਂ ਨੇ ਜਦੋਂ ਕੌਂਟੀਨੈਂਟ ਦੀ ਗੱਲ ਕੀਤੀ ਹੈ ਤਾਂ ਖਾਸ ਤੌਰ ਤੇ ਭਾਰਤ ਦੀ ਗੱਲ ਕੀਤੀ ਹੈ। ਦੂਸਰਾ ਵਰਡ ਹੈ ਸਪੂਰੀਅਸ। ਇਟ ਮੀਨਸ ਫਾਲਸ, ਮਤਲਬ ਨਕਲੀ। ਸਪੂਰੀਅਸ ਵਰਸਿਸ ਯਾਨੀ ਕਿ ਤੁਸੀਂ ਨਕਲੀ ਕਵਿਤਾਵਾਂ ਪੜ੍ਹਦੇ ਹੋ ਆਪਣੀ ਮਾਂ ਲਈ। ਐਨਕੌਂਸਡ। ਐਨਕੌਂਸਡ ਦਾ ਮਤਲਬ ਹੁੰਦਾ ਹੈ ਪਲੇਸਡ ਸੇਫਲੀ। ਐਨਕੌਂਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਸੁਰੱਖਿਅਤ ਰੂਪ ਦੇ ਵਿੱਚ ਰੱਖਣਾ, ਜੋੜ ਕੇ ਰੱਖਣਾ, ਸੁਰੱਖਿਅਤ ਰੱਖਣਾ। ਓਬੀਸੈਂਸ ਐਕਟ ਆਫ ਬੈਂਡਿੰਗ ਇਨ ਰਿਸਪੈਕਟ ਯਾਨੀ ਕਿ ਪੈਰੀ ਹੱਥ ਲਾਉਣਾ। ਕੈਂਡਲਾਬਰਮ। ਕੈਂਡਲਾਬਰਮ ਕੀ ਹੁੰਦਾ ਹੈ? ਐਨ ਆਬਜੈਕਟ ਵਿਦ ਸੈਵਰਲ ਬ੍ਰਾਂਚਿਸ ਟੂ ਹੋਲਡ ਕੈਂਡਲਸ। ਤੁਸੀਂ ਦੇਖਿਆ ਹੋਣਾ ਚਰਚਿਸ ਦੇ ਵਿੱਚ ਮੋਮਬੱਤੀਆਂ ਬਾਲਣ ਵਾਸਤੇ ਇੱਕ ਸਟੈਂਡ ਜਿਹਾ ਬਣਾਇਆ ਹੁੰਦਾ ਜੀ, ਇੱਕੋ ਹੀ ਟਾਈਮ ਤੇ ਕਈ ਮੋਮਬੱਤੀਆਂ ਲੱਗ ਜਾਂਦੀਆਂ ਨੇ, ਉਸਨੂੰ ਅਸੀਂ ਕੈਂਡਲਾਬਰਮ ਕਹਿ ਦਿੰਦੇ ਹਾਂ, ਮੋਮਬੱਤੀ ਦਾ ਸਟੈਂਡ। ਡੀਸੈਕਰੇਟ ਦਾ ਮਤਲਬ ਹੁੰਦਾ ਡਿਸਰਿਸਪੈਕਟ, ਕਿਸੇ ਦਾ ਅਪਮਾਨ ਕਰਨਾ। ਪੈਂਸੀ ਕੀ ਹੈ? ਅ ਪਲਾਂਟ ਵਿਦ ਬ੍ਰਾਈਟ ਫਲਾਵਰਸ। ਇਸ ਦੇ ਬੜੇ ਚਟਕੀਲੇ ਰੰਗਾਂ ਦੇ ਫੁੱਲ ਹੁੰਦੇ ਨੇ, ਪੈਂਸੀ। ਸਲਾਊਚ ਕੀ ਹੁੰਦਾ? ਤੇਜ਼ੀ ਨਾਲ ਅੱਗੇ ਵਧਣਾ। ਡੇਟੀ ਕੀ ਹੁੰਦਾ? ਗੋਡੈਸ ਯਾਨੀ ਕਿ ਦੇਵੀ। ਸਮਝ ਆ ਗਈ ਨਾ ਇਹ ਕਵਿਤਾ? ਵਰਡ ਮੀਨਿੰਗ ਵੀ ਸਮਝ ਆ ਗਏ। ਹੁਣ ਮੈਂ ਅਬਾਊਟ ਦਾ ਪੋਇਮ ਤੇ ਵਰਡ ਮੀਨਿੰਗ ਤੁਹਾਨੂੰ ਪਾਉਂਗੀ ਤੁਹਾਡੇ ਗਰੁੱਪ ਦੇ ਵਿੱਚ, ਤੁਸੀਂ ਇਹਨੂੰ ਕਾਪੀਜ਼ ਤੇ ਲਿਖ ਲੈਣਾ। ਕੱਲ ਨੂੰ ਮੈਂ ਤੁਹਾਨੂੰ ਇਸ ਦੇ ਪੈਰਾਗ੍ਰਾਫਸ ਵੀ ਸਮਝਾਉਂਗੀ। ਤੁਹਾਡੇ ਮਨ 'ਚ ਕੋਈ ਸਵਾਲ ਹੈ ਤਾਂ ਪੁੱਛੋ। ਕੱਲ ਮੈਂ ਇਹ ਪੋਇਮ ਪੜ੍ਹਾਈ ਸੀ ਬੇਟਾ, ਇਸ ਪੋਇਮ ਦਾ ਅਬਾਊਟ ਦਾ ਪੋਇਮ ਤੇ ਵਰਡ ਮੀਨਿੰਗ ਵੀ ਮੈਂ ਗਰੁੱਪ 'ਚ ਪਾਉਂਗੀ। ਇਹ ਦੋਨੇ ਪੋਇਮਸ ਦੀਆਂ 2 ਚੀਜ਼ਾਂ ਤੁਸੀਂ ਲਿਖ ਲੈਣੀਆਂ। ਅਬਾਊਟ ਦਾ ਪੋਇਮ ਲਿਖਣ ਦੀ ਬਜਾਏ ਉੱਥੇ ਲਿਖ ਲਿਓ ਸੈਂਟਰਲ ਆਈਡੀਆ। ਠੀਕ ਹੈ, ਠੀਕ ਹੈ। ਤਾਂ ਇਹ ਬਣ ਜਾਊਗਾ ਸੈਂਟਰਲ ਆਈਡੀਆ ਤੇ ਵਰਡ ਮੀਨਿੰਗ। ਕੱਲ ਨੂੰ ਮੈਂ ਇਹਨਾਂ ਪੋਇਮਸ ਦੇ ਤੁਹਾਨੂੰ ਕੰਪਰੀਹੈਂਸ਼ਨ ਪੈਸੇਜਿਸ ਕਰਵਾਉਂਗੀ। ਹੁਣ ਤੁਸੀਂ ਕੁਝ ਪੁੱਛਣਾ ਹੈ ਤਾਂ ਮੈਨੂੰ ਪੁੱਛ ਸਕਦੇ ਹੋ। ਕੁਛ ਵੀ ਜੇ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਪੁੱਛ ਸਕਦੇ ਹੋ।